ਹੈਲੋ एवरीवन, ਵੈਲਕਮ ਟੂ CBC ਅਕੈਡਮੀ। ਔਰ ਮੈਂ ਅਰੁਣ ਤਨੇਜਾ ਅਤੇ ਅੱਜ ਆਪਾਂ ਕੰਟੀਨਿਊ ਕਰਾਂਗੇ ਆਪਣਾ ਪੋਲਿਟੀ ਦਾ ਲੈਕਚਰ, ਜਿਹਦੇ ਵਿੱਚ ਆਪਾਂ ਪੜ੍ਹਾਂਗੇ ਫੰਡਾਮੈਂਟਲ ਡਿਊਟੀਜ਼ ਬਾਰੇ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਬੇਸਿਕ ਸਟਰਕਚਰ ਆਫ ਆਵਰ ਕੌਨਸਟੀਟਿਊਸ਼ਨ। ਸੋ ਬਹੁਤ ਹੀ ਇੰਪੋਰਟੈਂਟ ਲੈਕਚਰ ਰਹਿਣ ਵਾਲਾ ਅੱਜ ਵਾਲਾ, ਅਤੇ ਲੈਕਚਰ ਦੇ ਨਾਲ ਐਂਡ ਤੱਕ ਬਣੇ ਰਹਿਣਾ। ਅਤੇ ਜਿਨ੍ਹਾਂ ਨੇ ਪਹਿਲਾਂ ਵਾਲੇ 4 ਲੈਕਚਰ ਨਹੀਂ ਵੇਖੇ ਹੈ ਤਾਂ ਜਾ ਕੇ ਜ਼ਰੂਰ ਵੇਖਿਓ, ਕਿਉਂਕਿ ਇੰਟਰਕਨੈਕਟਿਡ ਹੈਗੇ ਆ ਜਿਹਨੇ ਆਪਾਂ ਹੁਣ ਲੈਕਚਰ ਪੜ੍ਹਾਂਗੇ। ਸੋ ਪਹਿਲਾਂ ਵਾਲੇ ਲੈਕਚਰ ਨਹੀਂ ਮਿਸ ਕਰਨੇ ਆ। ਜਿਹੜਾ ਇਹਦਾ ਲਿੰਕ ਹੈਗਾ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੋਇਆ। ਅੱਡ ਪਲੇਲਿਸਟ ਵੀ ਬਣੀ ਹੋਈ ਹੈ ਪੋਲਿਟੀ ਦੇ ਲੈਕਚਰਸ ਦੀ, ਅਤੇ ਬਿਲਕੁਲ ਫ੍ਰੀ ਕਲਾਸਿਸ ਹੈਗੀਆਂ, ਇਹਨਾਂ ਨੂੰ ਜਾ ਕੇ ਜ਼ਰੂਰ ਵੇਖੋ ਤੁਸੀਂ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਅਤੇ ਤੁਸੀਂ ਸਾਡੀ CBC ਐਗਜ਼ਾਮ ਗੁਰੂ ਐਪ ਜਿਹੜੀ ਹੈਗੀ ਉਹਨੂੰ ਡਾਊਨਲੋਡ ਕਰ ਸਕਦੇ ਹੋ, ਅਤੇ ਉੱਥੇ ਜਿਹੜੇ ਡਿਵਰਸ ਬੈਨੀਫਿਟਸ ਹੈਗੇ ਉੱਥੋਂ ਤੁਸੀਂ ਉਠਾ ਸਕਦੇ ਹੋ। ਸੋ ਆਪਾਂ ਹੁਣ ਸਟਾਰਟ ਕਰਦੇ ਹਾਂ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਫੰਡਾਮੈਂਟਲ ਡਿਊਟੀਜ਼ ਦੇ ਨਾਲ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ARNTANEJ07। ਅਤੇ ਤੁਸੀਂ ਮੈਨੂੰ ਜਿਹੜੇ ਵੀ ਆਪਣੇ ਡਾਊਟਸ ਹੈਗੇ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਐਗਜ਼ਾਮ ਦੇ ਰਿਲੇਟਿਡ ਕੁਐਰੀਜ਼ ਹੈਗੀਆਂ ਤੁਸੀਂ ਪੁੱਛ ਸਕਦੇ ਹੋ ਮੈਨੂੰ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਦੋ ਦਾ ਰਾਈਟਸ ਐਂਡ ਦਾ ਡਿਊਟੀ ਆਫ ਸਿਟੀਜ਼ਨ ਆਰ ਕੋਰਿਲੇਟਿਵ ਐਂਡ ਦਾ ਇਨਸੈਪਰੇਬਲ। ਦਾ ਓਰੀਜਨਲ ਕੌਨਸਟੀਟਿਊਸ਼ਨ ਕੰਟੇਨਡ ਓਨਲੀ ਦਾ ਫੰਡਾਮੈਂਟਲ ਰਾਈਟਸ ਐਂਡ ਨੋ ਦਾ ਫੰਡਾਮੈਂਟਲ ਡਿਊਟੀਜ਼। ਜਿਵੇਂ ਤੁਹਾਨੂੰ ਪਤਾ ਹੈ ਵੀ ਡਿਊਟੀਜ਼ ਦੇ ਜਿਵੇਂ ਆਪਣੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਦਿੱਤੇ ਹੋਏ ਆ, ਉਸੇ ਤਰ੍ਹਾਂ ਆਪਣੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦਿੱਤੀਆਂ ਹੋਈਆਂ। ਜਿਵੇਂ ਤੁਹਾਨੂੰ ਪਤਾ ਹੈ, ਜੇ ਤੁਹਾਡੇ ਅਧਿਕਾਰ ਹੈਗੇ ਆ ਤਾਂ ਉਹਦੇ ਪ੍ਰਤੀ ਤੁਹਾਡੀਆਂ ਕੁਛ ਡਿਊਟੀਜ਼ ਵੀ ਹੈਗੀਆਂ। ਜਿਹੜਾ ਆਪਣਾ ਓਰੀਜਨਲ ਸੰਵਿਧਾਨ ਸੀਗਾ, ਜਿਹੜਾ 1950 ਦੇ ਵਿੱਚ ਫਰੇਮ ਕੀਤਾ ਗਿਆ ਸੀਗਾ, ਉਹਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਸੀਗਾ ਫੰਡਾਮੈਂਟਲ ਡਿਊਟੀਜ਼ ਦਾ ਕੰਸੈਪਟ। ਪਰ ਬਾਅਦ ਦੇ ਵਿੱਚ ਜਿਹੜੇ ਆਪਣੇ ਕੌਨਸਟੀਟਿਊਸ਼ਨਲ ਮੇਕਰ ਸੀ ਜਾਂ ਆਪਣੀ ਪਾਰਲੀਮੈਂਟ ਸੀਗੀ, ਉਹਨੂੰ ਰਿਅਲਾਈਜ਼ ਹੋਇਆ ਕਿ ਫੰਡਾਮੈਂਟਲ ਡਿਊਟੀਜ਼ ਵੀ ਹੋਣੀਆਂ ਚਾਹੀਦੀਆਂ। ਸੋ ਇੰਡੀਆ ਨੇ ਫੰਡਾਮੈਂਟਲ ਡਿਊਟੀਜ਼ ਦਾ ਜਿਹੜਾ ਕੰਸੈਪਟ ਹੈਗਾ ਉਹ ਕਿੱਥੋਂ ਬੋਰੋ ਕੀਤਾ? ਉਹ ਰਸ਼ੀਆ ਤੋਂ ਬੋਰੋ ਕੀਤਾ। ਠੀਕ ਹੈ ਜੀ। Later in 1976, the fundamental duties of citizen were added in the constitution in ਜਿਵੇਂ ਤੁਹਾਨੂੰ ਮੈਂ ਦੱਸਤਾ ਸੀਗਾ ਵੀ ਆਪਾਂ ਰਸ਼ੀਆ ਤੋਂ ਬੋਰੋ ਕੀਤੀਆਂ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਦੇ ਰਾਹੀਂ ਕੀਤੀਆਂ। ਜਿਵੇਂ ਕਿ ਥੱਲੇ ਲਿਖਿਆ ਹੋਇਆ, ਫੰਡਾਮੈਂਟਲ ਡਿਊਟੀਜ਼ ਹੈਵ ਬੀਨ ਇਨਕੋਰਪੋਰੇਟਿਡ ਇਨ ਅਵਰ ਕੌਨਸਟੀਟਿਊਸ਼ਨ ਥਰੂ ਦਾ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976। 42ਵੀਂ ਅਮੈਂਡਮੈਂਟ 1976 ਦੇ ਅਕੋਰਡਿੰਗ ਆਪਣੀਆਂ ਫੰਡਾਮੈਂਟਲ ਡਿਊਟੀਜ਼ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੀਆਂ ਗਈਆਂ। ਸੋ ਇਹ ਅਮੈਂਡਮੈਂਟਸ ਇੰਪੋਰਟੈਂਟ ਹੁੰਦੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਤੁਸੀਂ ਇਹਨਾਂ ਨੂੰ ਧਿਆਨ ਰੱਖਣਾ, ਯਾਦ ਰੱਖਣਾ। ਸੋ ਆਪਣੇ ਸੰਵਿਧਾਨ ਦੇ ਵਿੱਚ 10 ਫੰਡਾਮੈਂਟਲ ਡਿਊਟੀ ਐਡ ਕੀਤੀਆਂ ਗਈਆਂ ਸੀ 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਦੇ ਅਕੋਰਡਿੰਗ। ਪਰ ਬਾਅਦ ਦੇ ਵਿੱਚ ਇੱਕ ਹੋਰ ਫਰਦਰ ਡਿਊਟੀ ਐਡ ਕੀਤੀ ਗਈ 86 ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 2002। 86 ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 2002 ਦੇ ਵਿੱਚ ਐਡ ਕੀਤੀ ਗਈ 11th ਡਿਊਟੀ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ। ਫਿਰ ਵੀ ਜਿਹੜੀਆਂ ਮੋਟੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਦੁਬਾਰਾ ਰਿਪੀਟ ਕਰ ਦੇਣਾ ਵੀ ਆਪਾਂ ਰਸ਼ੀਆ ਦੇ ਕੌਨਸਟੀਟਿਊਸ਼ਨ ਤੋਂ ਇਹ ਬੋਰੋ ਕੀਤੀਆਂ। 42nd ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਦੇ ਰਾਹੀਂ ਐਡ ਕੀਤੀਆਂ ਗਈਆਂ। 10 ਡਿਊਟੀਜ਼ ਐਡ ਕੀਤੀਆਂ ਗਈਆਂ ਸੀ 42 ਅਮੈਂਡਮੈਂਟ 1976 ਦੇ ਅਕੋਰਡਿੰਗ। ਪਰ 11ਵੀਂ ਜਿਹੜੀ ਆਪਣੀ ਡਿਊਟੀ ਹੈਗੀ ਆ 86 ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 2002 ਦੇ ਅਕੋਰਡਿੰਗ ਆਪਾਂ ਐਡ ਕੀਤੀ ਗਈ ਹੈ। ਠੀਕ ਹੈ ਜੀ। ਉਹ ਪੜ੍ਹਦੇ ਹਾਂ ਅੱਗੇ ਕਿਹੜੀ ਡਿਊਟੀ ਐਡ ਕੀਤੀ ਗਈ ਸੀਗੀ 86 ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 2002 ਦੇ ਅਕੋਰਡਿੰਗ, ਉਹਨੂੰ ਆਪਾਂ ਪੜ੍ਹਦੇ ਹਾਂ। ਪਰ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਜਦੋਂ ਆਪਣਾ ਓਰੀਜਨਲ ਸੰਵਿਧਾਨ ਫਰੇਮ ਹੋਇਆ ਸੀਗਾ ਉਦੋਂ ਫੰਡਾਮੈਂਟਲ ਡਿਊਟੀਜ਼ ਉਹਦੇ ਵਿੱਚ ਹੈ ਨਹੀਂ ਸੀਗੀਆਂ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਇਟ ਹੈਜ਼ ਬੀਨ ਇਨਕੋਰਪੋਰੇਟਿਡ ਇਨ ਦਾ 51A ਆਰਟੀਕਲ ਐਂਡ ਦਾ ਪਾਰਟ 4A ਆਫ ਦਾ ਕੌਨਸਟੀਟਿਊਸ਼ਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਵੀ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਹੈਗੀਆਂ 51A ਆਰਟੀਕਲ ਦੇ ਵਿੱਚ ਐਡ ਕੀਤੀਆਂ ਗਈਆਂ ਅਤੇ ਪਾਰਟ 4A ਦੇ ਵਿੱਚ ਐਡ ਕੀਤੀਆਂ ਗਈਆਂ। ਠੀਕ ਹੈ ਜੀ। ਜਿਵੇਂ ਤੁਹਾਨੂੰ ਪਤਾ ਹੈ ਜਿਹੜਾ ਪਾਰਟ 3 ਹੈਗਾ ਫੰਡਾਮੈਂਟਲ ਰਾਈਟਸ ਦੇ ਨਾਲ ਡੀਲ ਕਰਦਾ, ਪਾਰਟ 4 ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਨਾਲ ਡੀਲ ਕਰਦਾ, ਅਤੇ ਜਿਹੜਾ ਪਾਰਟ 4A ਹੈਗਾ ਉਹ ਡੀਲ ਕਰਦਾ ਫੰਡਾਮੈਂਟਲ ਡਿਊਟੀਜ਼ ਦੇ ਨਾਲ। ਸੋ ਜਿਹੜੇ ਪਾਰਟ ਹੈਗੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਰੈਲੇਵੈਂਟ ਹੈਗੇ ਆ। ਸੋ ਇਹਨਾਂ ਨੂੰ ਤੁਸੀਂ ਪ੍ਰੀਸਾਈਜ਼ਲੀ ਯਾਦ ਕਰ ਲੈਣਾ। 51A ਆਰਟੀਕਲ ਜੋ ਕਿ ਫੰਡਾਮੈਂਟਲ ਡਿਊਟੀਜ਼ ਦੇ ਨਾਲ ਡੀਲ ਕਰਦਾ। ਅਤੇ ਜੇ ਆਪਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ 12 ਤੋਂ 35 ਆਰਟੀਕਲ ਤੱਕ ਜਿਹੜੇ ਫੰਡਾਮੈਂਟਲ ਰਾਈਟਸ ਦੇ ਨਾਲ ਡੀਲ ਕਰਦੇ ਆ। ਉਸ ਤੋਂ ਬਾਅਦ ਜਿਹੜੇ ਮਤਲਬ ਆਪਣੇ 36 ਤੋਂ ਲੈ ਕੇ 51 ਆਰਟੀਕਲ ਤੱਕ ਹੈਗੇ ਆ ਉਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਨਾਲ ਡੀਲ ਕਰਦੇ ਆ। ਅਤੇ ਜਿਹੜਾ ਆਪਣਾ 51A ਆਰਟੀਕਲ ਹੈਗਾ ਉਹ ਫੰਡਾਮੈਂਟਲ ਡਿਊਟੀਜ਼ ਦੇ ਨਾਲ ਡੀਲ ਕਰਦਾ। ਜਿਹੜਾ ਆਪਣਾ ਪਾਰਟ 4A ਆਫ ਦਾ ਕੌਨਸਟੀਟਿਊਸ਼ਨ ਹੈਗਾ ਉਹ ਡੀਲ ਕਰਦਾ ਫੰਡਾਮੈਂਟਲ ਡਿਊਟੀਜ਼ ਦੇ ਨਾਲ। ਪਾਰਟ 3 ਦੀ ਆਪਾਂ ਗੱਲ ਕਰੀਏ ਤਾਂ ਫੰਡਾਮੈਂਟਲ ਰਾਈਟਸ ਦੇ ਨਾਲ, ਪਾਰਟ 4 ਦੀ ਗੱਲ ਕਰੀਏ ਤਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਪਾਰਟ 4A ਦੀ ਗੱਲ ਕਰੀਏ ਤਾਂ ਫੰਡਾਮੈਂਟਲ ਡਿਊਟੀਜ਼ ਦੇ ਨਾਲ ਡੀਲ ਕਰਦਾ। ਫੰਡਾਮੈਂਟਲ ਡਿਊਟੀਜ਼ ਹੈਵ ਬੀਨ ਐਡਿਡ ਇਨ ਦਾ ਕੌਨਸਟੀਟਿਊਸ਼ਨ ਔਨ ਦਾ ਰੈਕਮੈਂਡੇਸ਼ਨ ਆਫ ਸਵਰਨ ਸਿੰਘ ਕਮੇਟੀ। ਜਿਹੜੀ ਆਪਣਾ ਫੰਡਾਮੈਂਟਲ ਡਿਊਟੀਜ਼ ਹੈਗੀਆਂ ਉਹ ਕਿਹੜੀ ਕਮੇਟੀ ਦੀ ਰੈਕਮੈਂਡੇਸ਼ਨ 'ਤੇ ਐਡ ਕੀਤੀਆਂ ਗਈਆਂ?
ਆਪਣੇ ਸੰਵਿਧਾਨ ਦੇ ਵਿੱਚ, ਤਾਂ ਆਪਣਾ ਆਨਸਰ ਆ ਜਾਊਗਾ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਗਿਆ। ਕਿਹੜੀ ਕਮੇਟੀ ਦੀ ਰეკਮੈਂਡੇਸ਼ਨ ਤੇ ਫੰਡਾਮੈਂਟਲ ਡਿਊਟੀਜ਼ ਨੂੰ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ, ਤਾਂ ਆਪਣਾ ਆਨਸਰ ਆ ਜਾਊਗਾ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਤੇ ਫੰਡਾਮੈਂਟਲ ਡਿਊਟੀਜ਼ ਨੂੰ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਮੈਂ ਵਾਰ-ਵਾਰ ਚੀਜ਼ਾਂ ਇਸ ਲਈ ਰਿਪੀਟ ਕਰ ਰਿਹਾ ਕਿਉਂਕਿ ਮੈਂ ਚਾਹੁੰਦਾ ਜਦੋਂ ਤੁਸੀਂ ਇਹ ਲੈਕਚਰ ਫਿਨਿਸ਼ ਕਰਕੇ ਜਾਓ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਉੱਦਾਂ ਦੀ ਉੱਦਾਂ ਹੀ ਯਾਦ ਹੋਣ। ਸੋ ਆਪਣਾ ਪੜ੍ਹਾਉਣ ਦਾ ਤਰੀਕਾ ਇੱਦਾਂ ਹੀ ਹੈਗਾ ਅਤੇ ਤੁਹਾਨੂੰ ਆਦਤ ਪੈ ਜਾਊਗੀ। ਅਗਰ ਤੁਸੀਂ 5-6 ਲੈਕਚਰ ਲਗਾਓਗੇ ਮੇਰੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਤਰੀਕਾ ਹੈਗਾ ਮੇਰਾ ਪੜ੍ਹਾਉਣ ਦਾ। ਸੋ 51A ਆਰਟੀਕਲ ਪਾਰਟ 4A ਅਤੇ ਸਵਰਨ ਸਿੰਘ ਕਮੇਟੀ ਅਤੇ ਰਸ਼ੀਆ ਤੋਂ ਬੋਰਡ ਹੈਗੀਆਂ। ਸੋ ਇਹ ਸਾਰੀ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। 42 ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 1976 ਜਿਹੜਾ ਫੰਡਾਮੈਂਟਲ ਡਿਊਟੀਜ਼ ਦਾ ਜਿਹੜਾ ਕੰਸੈਪਟ ਹੈਗਾ ਬਹੁਤ ਹੀ ਇੰਪੋਰਟੈਂਟ ਹੈਗਾ ਅਤੇ ਤੁਹਾਨੂੰ ਕੁਐਸਚਨ ਕਿਸ ਢੰਗ ਦੇ ਨਾਲ ਪੁੱਛਿਆ ਜਾਊਗਾ ਇਹਦੇ ਵਿੱਚੋਂ ਆਪਾਂ ਅੱਗੇ ਡਿਸਕਸ ਕਰਦੇ ਹਾਂ। ਹਾਂਜੀ, ਤੁਹਾਨੂੰ ਕੁਐਸਚਨ ਇਸ ਢੰਗ ਦੇ ਨਾਲ ਪੁੱਛਿਆ ਜਾਊਗਾ ਵੀ ਆਪਾਂ ਨੂੰ 4 ਚੀਜ਼ਾਂ ਦੇ ਦਿੱਤੀਆਂ ਜਾਣਗੀਆਂ, ਉਹਨਾਂ 'ਚੋਂ ਪੁੱਛ ਲਿਆ ਜਾਊਗਾ ਵੀ ਇਹਦੇ 'ਚੋਂ ਫੰਡਾਮੈਂਟਲ ਡਿਊਟੀ ਕਿਹੜੀ ਹੈਗੀ ਹੈ, ਜਾਂ ਆਪਾਂ ਨੂੰ 4 ਇਹੋ ਜਿਹੀ ਚੀਜ਼ਾਂ ਦਿੱਤੀਆਂ ਜਾਣਗੀਆਂ ਉਹਦੇ 'ਚੋਂ ਪੁੱਛਿਆ ਜਾਊਗਾ ਇਹਦੇ 'ਚੋਂ ਫੰਡਾਮੈਂਟਲ ਡਿਊਟੀ ਕਿਹੜੀ ਹੈ ਨਹੀਂ ਗੀ। ਠੀਕ ਹੈ ਜੀ। ਜਾਂ ਮਤਲਬ ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਜਿਵੇਂ ਆਪਾਂ ਨੂੰ ਕਹਿ ਤਾ, ਜਿਵੇਂ ਉਹਦੇ ਵਿੱਚ ਪਹਿਲੀ ਡਿਊਟੀ ਹੈਗੀ ਹੈ ਟੂ ਅਬਾਈਡ ਬਾਏ ਦਾ ਕੌਨਸਟੀਟਿਊਸ਼ਨ ਐਂਡ ਦਾ ਰਿਸਪੈਕਟ ਇਟਸ ਆਈਡਲ ਐਂਡ ਦਾ ਇੰਸਟੀਟਿਊਸ਼ਨ ਨੈਸ਼ਨਲ ਫਲੈਗ ਐਂਡ ਦਾ ਨੈਸ਼ਨਲ ਐਂਥਮ। ਆਪਾਂ ਨੂੰ ਇਹ ਕੁਐਸਚਨ ਦੇ ਵਿੱਚ ਦੇ ਦਿੱਤਾ ਜਾਊਗਾ, ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਫੰਡਾਮੈਂਟਲ ਡਿਊਟੀ ਹੈ, ਫੰਡਾਮੈਂਟਲ ਰਾਈਟਸ ਹੈ, ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ ਹੈ, ਜਾਂ ਕੁਛ ਪ੍ਰੈਂਬਲ ਦਾ ਪਾਰਟ ਹੈਗਾ। ਤਾਂ ਉੱਥੇ ਆਪਣਾ ਜਿਹੜਾ ਆਨਸਰ ਬਣੂਗਾ ਇਹ ਬਣੂਗਾ ਕਿ ਇਹ ਫੰਡਾਮੈਂਟਲ ਡਿਊਟੀ ਹੈਗੀ ਹੈ, ਨਾ ਕਿ ਕਿਸੇ ਪ੍ਰੈਂਬਲ ਦਾ ਪਾਰਟ ਹੈਗਾ, ਨਾ ਕੋਈ ਡਾਇਰੈਕਟਿਵ ਪ੍ਰਿੰਸੀਪਲ ਦਾ ਪਾਰਟ ਹੈਗਾ, ਨਾ ਇਹ ਫੰਡਾਮੈਂਟਲ ਰਾਈਟ ਦਾ ਪਾਰਟ ਹੈਗਾ। ਸੋ ਜਿਹੜਾ ਪਹਿਲਾ ਪੁਆਇੰਟ, ਜਿਹੜੀ ਪਹਿਲੀ ਡਿਊਟੀ ਹੈਗੀ ਹੈ ਟੂ ਅਬਾਈਡ ਬਾਏ ਦਾ ਕੌਨਸਟੀਟਿਊਸ਼ਨ ਐਂਡ ਰਿਸਪੈਕਟ ਆਈਡਲ ਐਂਡ ਦਾ ਇੰਸਟੀਟਿਊਸ਼ਨ ਦਾ ਨੈਸ਼ਨਲ ਫਲੈਗ ਐਂਡ ਦਾ ਨੈਸ਼ਨਲ ਐਂਥਮ। ਸੋ ਡਿਊਟੀਜ਼ ਨੂੰ ਤੁਸੀਂ ਸੀਕੁਐਂਸ ਵਾਈਜ਼ ਯਾਦ ਕਰਨਾ। ਕਈ ਵਾਰੀ ਸਿੱਧਾ ਹੀ ਪੁੱਛ ਲਿਆ ਜਾਂਦਾ ਹੁੰਦਾ ਵੀ 51A ਆਰਟੀਕਲ ਦੇ ਵਿੱਚ 3rd ਡਿਊਟੀ ਕਿਹੜੀ ਹੈਗੀ। ਠੀਕ ਹੈ ਜੀ। ਅਤੇ ਕਈ ਵਾਰੀ ਵੈਸੇ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਵੀ ਡਿਊਟੀਜ਼ ਕਿਹੜੀਆਂ ਹੈਗੀਆਂ, ਕਿਉਂਕਿ ਐਗਜ਼ਾਮ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਕੁਐਸਚਨ ਕਿਸ ਢੰਗ ਦੇ ਨਾਲ ਪੁੱਛੇ ਜਾਂਦੇ। ਅਗਰ ਤੁਹਾਨੂੰ ਯਾਦ ਨਹੀਂ ਹੋਣਗੀਆਂ ਉੱਥੇ ਜਾ ਕੇ ਡਿਊਟੀਜ਼ ਤਾਂ ਤੁਸੀਂ ਉੱਥੇ ਭੁਲੇਖੇ 'ਚ ਆ ਜਾਓਗੇ। ਠੀਕ ਹੈ ਜੀ। ਅਤੇ ਤੁਸੀਂ ਗਲਤ ਵੀ ਕਰ ਸਕਦੇ ਹੋ ਮੋਸਟ ਪ੍ਰੋਬੈਬਲੀ ਉਹ ਕੁਐਸਚਨ। ਤਾਂ ਡਿਊਟੀਜ਼ ਨੂੰ ਤੁਸੀਂ ਮਤਲਬ ਪ੍ਰੀਸਾਈਜ਼ਲੀ ਯਾਦ ਕਰਕੇ ਜਾਣਾ। ਸੋ ਨੈਕਸਟ ਡਿਊਟੀ ਹੈਗੀ ਟੂ ਚੈਰਿਸ਼ ਐਂਡ ਫੋਲੋ ਦਾ ਨੋਬਲ ਆਈਡੀਆ ਦੈਟ ਇੰਸਪਾਇਰ ਦਾ ਨੈਸ਼ਨਲ ਸਟਰਗਲ ਫॉर ਫਰੀडम। ਵੀ ਜਿਹੜੀ ਇਹ ਜਿਹੇ ਆਈਡਲਸ ਨੂੰ ਫੋਲੋ ਕਰਨਾ ਚਾਹੀਦਾ ਜਿਹੜੇ ਤੁਹਾਨੂੰ ਇੰਸਪਾਇਰ ਕਰਨ ਵੀ ਨੈਸ਼ਨਲ ਸਟਰਗਲ ਫॉर ਫਰੀडम ਵਾਸਤੇ। ਠੀਕ ਹੈ। ਟੂ ਅਪਹੋਲਡ ਐਂਡ ਦਾ ਪ੍ਰੋਟੈਕਟ ਦਾ ਸੋਵਰੈਨਿਟੀ, ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ। ਸੋ ਇਹਨਾਂ ਨੂੰ ਉੱਦਾਂ ਦੀ ਉੱਦਾਂ ਹੀ ਆਪਾਂ ਯਾਦ ਕਰਨਾ, ਉੱਦਾਂ ਦੀ ਉੱਦਾਂ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਲਿਖੀਆਂ ਮਿਲਣਗੀਆਂ। ਠੀਕ ਹੈ ਜੀ। ਸੋ ਆਪਾਂ ਨੈਕਸਟ ਕਰਦੇ ਹਾਂ ਮੂਵ। ਸੋ ਨੈਕਸਟ ਹੈਗਾ ਟੂ ਡਿਫੈਂਡ ਦਾ ਕੰਟਰੀ ਐਂਡ ਦਾ ਰੈਂਡਰ ਨੈਸ਼ਨਲ ਸਰਵਿਸਿਜ਼ ਐਂਡ ਵੈਨ ਕਾਲਡ ਅਪੋਨ ਟੂ ਡੂ ਸੋ। ਸੋ ਇਹ ਡਿਊਟੀ ਹੈਗੀ ਹੈ ਟੂ ਪ੍ਰਮੋਟ ਦਾ ਹਾਰਮੋਨੀ ਐਂਡ ਦਾ ਸਪਿਰਿਟ ਆਫ ਦਾ ਕਾਮਨ ਬ੍ਰਦਰਹੁੱਡ। ਤੁਹਾਨੂੰ ਇਹ ਨਹੀਂ ਵੀ ਪੂਰੀ ਦੀ ਪੂਰੀ ਡਿਊਟੀ ਆਊਗੀ, ਕਈ ਵਾਰੀ ਐਵੇਂ ਪੁੱਛ ਲਿਆ ਜਾਂਦਾ ਵੀ ਕਾਮਨ ਬ੍ਰਦਰਹੁੱਡ ਦੀ ਗੱਲ ਕਿੱਥੇ ਕੀਤੀ ਗਈ ਹੈ। ਟੂ ਪ੍ਰਮੋਟ ਐਂਡ ਹਾਰਮੋਨੀ ਐਂਡ ਦਾ ਸਪਿਰਿਟ ਆਫ ਦਾ ਕਾਮਨ ਬ੍ਰਦਰਹੁੱਡ ਦੀ ਗੱਲ ਕਿੱਥੇ ਕੀਤੀ ਗਈ ਹੈ। ਜਾਂ ਉੱਥੇ ਪੁੱਛ ਲਿਆ ਜਾਂਦਾ ਹੁੰਦਾ ਵੀ ਡੈਰੋਗੇਟਰੀ ਪ੍ਰੈਕਟਿਸਿਸ, ਜਿਵੇਂ ਤੁਸੀਂ ਵੇਖ ਸਕਦੇ ਹੋ ਲਿੰਗੁਇਸਟਿਕ ਐਂਡ ਦਾ ਰੀਜਨਲ ਬੇਸਿਸ ਐਂਡ ਦਾ ਸੈਕਸ਼ਨਲ ਡਾਇਵਰਸਿਟੀ ਟੂ ਰਿਨਾਊਂਸ ਦਾ ਡੈਰੋਗੇਟਰੀ ਪ੍ਰੈਕਟਿਸਿਸ ਟੂ ਦਾ ਡਿਗਨਿਟੀ ਆਫ ਵੂਮੈਨ। ਬਹੁਤ ਹੀ ਇੰਪੋਰਟੈਂਟ ਹੈਗਾ ਵੀ ਜਿਹੜੀਆਂ ਡੈਰੋਗੇਟਰੀ ਪ੍ਰੈਕਟਿਸਿਸ ਫੋਲੋ ਕੀਤੀਆਂ ਜਾਂਦੀਆਂ ਵੂਮੈਨ ਦੇ ਅਗੇਂਸਟ, ਉਹਨਾਂ ਨੂੰ ਰਿਨਾਊਂਸ ਕਰਨ ਦੀ ਗੱਲ ਕੀਤੀ ਗਈ ਹੈ, ਉਹਨਾਂ ਨੂੰ ਛੱਡਣ ਦੀ ਗੱਲ ਕੀਤੀ ਗਈ ਹੈ। ਕਿਹਦੇ ਵਿੱਚ ਕੀਤੀ ਗਈ ਹੈ ਤਾਂ ਆਪਣਾ ਆਨਸਰ ਆ ਜਾਊਗਾ ਇਹ ਕੀਤੀ ਗਈ ਹੈ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਇਹ ਗੱਲ ਕੀਤੀ ਗਈ, ਨਾ ਕਿ ਫੰਡਾਮੈਂਟਲ ਰਾਈਟਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ, ਨਾ ਇਹ ਫੰਡਾਮੈਂਟਲ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ ਦੇ ਵਿੱਚ ਗੱਲ ਕੀਤੀ ਗਈ ਹੈ। ਜਿਹੜੀ ਵੂਮੈਨਸ ਦੇ ਅਗੇਨ ਡੈਰੋਗੇਟਰੀ ਪ੍ਰੈਕਟਿਸ ਫੋਲੋ ਕੀਤੀਆਂ ਜਾਂਦੀਆਂ ਉਹਨੂੰ ਰਿਨਾਊਂਸ ਕਰਨ ਦੀ ਗੱਲ ਕਿੱਥੇ ਕੀਤੀ ਗਈ ਹੈ, ਇਹ ਸਿਰਫ ਗੱਲ ਕੀਤੀ ਗਈ ਹੈ ਫੰਡਾਮੈਂਟਲ ਡਿਊਟੀਜ਼ ਦੇ ਵਿੱਚ। ਸੋ ਨੈਕਸਟ ਹੈਗਾ ਟੂ ਵੈਲਿਊ ਐਂਡ ਪ੍ਰੀਜ਼ਰਵ ਦਾ ਰਿਚ ਹੈਰੀਟੇਜ ਆਫ ਦਾ ਕੰਟਰੀ ਕੰਪੋਜ਼ਿਟ ਕਲਚਰ। ਵੀ ਤੁਹਾਡਾ ਜਿਹੜਾ ਕਲਚਰ ਹੈਗਾ ਅਤੇ ਹੈਰੀਟੇਜ ਹੈਗੀ ਉਹਨੂੰ ਪ੍ਰੀਜ਼ਰਵ ਕਰਨਾ ਚਾਹੀਦਾ, ਉਹਨੂੰ ਪ੍ਰੀਵੈਂਟ ਕਰਨਾ ਚਾਹੀਦਾ, ਉਹਨੂੰ ਖਤਮ ਨਹੀਂ ਕਰਨਾ ਚਾਹੀਦਾ। ਟੂ ਪ੍ਰੋਟੈਕਟ ਐਂਡ ਸਭ ਤੋਂ ਇੰਪੋਰਟੈਂਟ ਡਿਊਟੀ ਹੈਗੀ ਹੈ ਟੂ ਪ੍ਰੋਟੈਕਟ ਐਂਡ ਇੰਪਰੂਵ ਦਾ ਨੈਚੁਰਲ ਇਨਵਾਇਰਮੈਂਟ ਇਨਕਲੂਡਿੰਗ ਦਾ ਫੋਰੈਸਟ, ਲੇਕਸ, ਰੀਵਰ ਐਂਡ ਦਾ ਵਾਈਲਡ ਲਾਈਫ ਟੂ ਹੈਵ ਏ ਕੰਪੈਸ਼ਨ ਫॉर ਦਾ ਲਿਵਿੰਗ ਕ੍ਰੀਏਚਰ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡਿਊਟੀ ਹੈਗੀ, ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਹੋਈ ਹੈਗੀ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ, ਜਿਹੜੀ ਡੈਰੋਗੇਟਰੀ ਪ੍ਰੈਕਟਿਸਿਸ ਅਗੇਂਸਟ ਵੂਮਨ ਵਾਲੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਪੁੱਛੀ ਹੋਈ ਹੈਗੀ ਹੈ। ਅਤੇ ਜਿਹੜੀ ਆਹ ਵਾਲੀ ਜੀ ਡਿਊਟੀ ਹੈਗੀ ਹੈ ਸਭ ਤੋਂ ਜ਼ਿਆਦਾ ਪੁੱਛੀ ਗਈ ਹੋਈ ਹੈ। ਟੂ ਪ੍ਰੋਟੈਕਟ ਐਂਡ ਇੰਪਰੂਵ ਦਾ ਨੈਚੁਰਲ ਇਨਵਾਇਰਮੈਂਟ ਇਨਕਲੂਡਿੰਗ ਦਾ ਫੋਰੈਸਟ, ਲੇਕਸ ਐਂਡ ਰੀਵਰਸ ਐਂਡ ਦਾ ਵਾਈਲਡ ਲਾਈਫ ਟੂ ਹੈਵ ਏ, ਇਹ ਸਭ ਤੋਂ ਜ਼ਿਆਦਾ ਪੁੱਛੀ ਗਈ ਹੈ। ਸੋ ਇਹ ਜਿਹੜੀਆਂ ਡਿਊਟੀਜ਼ ਤੁਹਾਨੂੰ ਮੈਂ ਲਿਖਵਾ ਰਿਹਾ ਜਾਂ ਦੱਸ ਰਿਹਾ, ਇਹਨਾਂ ਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਜਦੋਂ ਵੀ ਤੁਹਾਨੂੰ ਇਹ ਨੋਟਸ ਮਿਲਣਗੇ, ਨਹੀਂ ਤੁਸੀਂ ਆਪਣੀ ਕਾਪੀ 'ਤੇ ਵੀ ਇਹਨਾਂ ਨੂੰ ਨੋਟ ਕਰ ਸਕਦੇ ਹੋ। ਠੀਕ ਹੈ ਜੀ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਜੋ ਆਪਣੇ ਰੈਲੇਵੈਂਟ ਹੈਗੇ ਆ ਪੜ੍ਹਦੇ ਹਾਂ ਉਹਨੂੰ ਆਪਾਂ ਜਾ ਕੇ। ਸੋ ਨੈਕਸਟ ਹੈਗਾ ਟੂ ਡਿਵੈਲਪ ਏ ਸਾਇੰਟੀਫਿਕ ਟੈਂਪਰ ਐਂਡ ਦਾ ਹਿਊਮਨਿਜ਼ਮ ਐਂਡ ਦਾ ਸਪਿਰਿਟ ਆਫ ਦਾ ਇਨਕੁਆਇਰੀ ਐਂਡ ਦਾ ਰਿਫਾਰਮ ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਟੂ ਅਬਜ਼ਰਵ ਵਾਇਲੈਂਸ। ਸੋ ਇਹ ਸਭ ਤੋਂ ਜ਼ਿਆਦਾ ਪੁੱਛਿਆ ਜਾਂਦਾ ਹੈਗੀ ਹੈ।
ਜੀ ਹੈਗੀ ਹੈ, ਇੱਕ ਜੀ ਸਭ ਤੋਂ ਜ਼ਿਆਦਾ ਸੀਗੀ, ਇੱਕ ਜਿਹੜੀ ਡੈਰੋਗੇਟਰੀ ਪ੍ਰੈਕਟਿਸਿਸ ਵਾਲੀ ਹੈਗੀ, ਇੱਕ ਇਨਵਾਇਰਮੈਂਟ ਵਾਲੀ ਹੈਗੀ ਹੈ, ਅਤੇ ਇੱਕ ਆ ਪਬਲਿਕ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਵਾਲੀ ਹੈਗੀ ਆ। ਅਤੇ ਨੈਕਸਟ ਡਿਊਟੀ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਕਿ ਟੂ ਸਟਰਾਈਵ ਟੂਆਰਡ ਦ ਐਕਸਲੈਂਸ ਇਜ਼ ਆਲ ਦ ਸਫੀਅਰਸ ਔਨ ਦ ਇੰਡੀਵਿਜੂਅਲ ਐਂਡ ਦ ਕਲੈਕਟਿਵ ਐਕਟੀਵਿਟੀ ਸੋ ਦੈਟ ਦ ਨੇਸ਼ਨ ਕੰਸਟੈਂਟਲੀ ਰਾਈਜ਼ ਟੂ ਹਾਇਰ ਲੈਵਲਸ ਆਫ ਦ ਇੰਡੈਵਰ ਐਂਡ ਦ ਅਚੀਵਮੈਂਟਸ। ਸੋ ਨਾਲ ਲਾਸਟ ਡਿਊਟੀ ਹੈਗੀ ਹੈ ਸਭ ਤੋਂ ਐਕਸਟ੍ਰੀਮਲੀ ਇੰਪੋਰਟੈਂਟ, ਸਭ ਨਾਲ ਜ਼ਿਆਦਾ ਇੰਪੋਰਟੈਂਟ ਹੈ ਜਿੰਨੀਆਂ ਵੀ ਆਪਾਂ ਹੁਣ ਪੜ੍ਹੀਆਂ, ਟੂ ਪ੍ਰੋਵਾਈਡ ਓਪਰਚੁਨਿਟੀ ਫॉर ਐਜੂਕੇਸ਼ਨ ਟੂ ਹਿਸ ਚਾਈਲਡ ਔਰ ਅਵਾਰਡ ਬਿਟਵੀਨ ਦ ਏਜ ਆਫ ਦ 6 ਐਂਡ ਦ 14 ਈਅਰਸ। ਸੋ ਜਿਹੜੀ ਇੱਥੇ ਏਜ ਮੈਂਸ਼ਨ ਕੀਤੀ ਹੋਈ ਹੈ ਉਹ ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਹੈ। 6 ਤੋਂ ਲੈ ਕੇ 14 ਸਾਲ ਦੀ ਉਮਰ ਦੀ ਗੱਲ ਕੀਤੀ ਗਈ ਹੈ। ਜਿਵੇਂ ਕਿ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਪੜ੍ਹ ਕੇ ਆਏ ਸੀਗੇ, ਉੱਥੇ ਸਿਰਫ ਅਪ ਟੂ 6 ਈਅਰ ਦੀ ਗੱਲ ਕੀਤੀ ਹੋਈ ਸੀਗੀ, ਪਰ ਜਦੋਂ ਆਪਾਂ ਫੰਡਾਮੈਂਟਲ ਡਿਊਟੀ ਪੜ੍ਹ ਰਹੇ ਹਾਂ ਉੱਥੇ 6 to 14 ਈਅਰਸ ਦੀ ਗੱਲ ਕੀਤੀ ਗਈ ਹੈ। ਹਾਂ ਵੀ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਵੀ 6 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਆਪਣੇ ਜਿਹੜਾ ਵਾਰਡ ਹੈਗਾ ਜਾਂ ਉਹਦਾ ਬੱਚਾ ਹੈਗਾ ਉਹਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਜੇ ਜਿਹੜੀ ਇਹ ਲਾਸਟ ਡਿਊਟੀ ਹੈਗੀ ਹੈ ਕਿਹੜੀ ਅਮੈਂਡਮੈਂਟ ਦੇ ਰਾਹੀਂ ਐਡ ਕੀਤੀ ਗਈ ਸੀ, ਤਾਂ ਆਪਣਾ ਆਂਸਰ ਆ ਜਾਊਗਾ 86 ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 2002 ਦੇ ਰਾਹੀਂ ਇਹ ਵਾਲੀ ਡਿਊਟੀ ਐਡ ਕੀਤੀ ਗਈ ਸੀ ਆਪਣੇ ਸੰਵਿਧਾਨ ਦੇ ਵਿੱਚ। ਕਿਹੜੀ ਅਮੈਂਡਮੈਂਟ ਦੇ ਰਾਹੀਂ? 86 ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 2002 ਦੇ ਅਕੋਰਡਿੰਗ। ਵੈਸੇ ਜਿਹੜੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਹੈਗੀਆਂ ਕਿਹੜੇ ਅਮੈਂਡਮੈਂਟ ਦੇ ਰਾਹੀਂ ਐਡ ਕੀਤੀਆਂ ਗਈਆਂ, ਤਾਂ ਆਪਣਾ ਆਂਸਰ ਆ ਜਾਊਗਾ 46 ਸੈਕਿੰਡ ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 1976। ਸੋ ਇਸੇ ਤਰ੍ਹਾਂ ਆਪਾਂ ਵਾਰ-ਵਾਰ ਚੀਜ਼ਾਂ ਨੂੰ ਰਿਪੀਟ ਕਰਕੇ ਆਪਾਂ ਯਾਦ ਕਰਨਾ। ਬਹੁਤ ਹੀ ਇੰਪੋਰਟੈਂਟ ਲੈਕਚਰ ਆਪਾਂ ਕਰ ਰਹੇ ਹਾਂ ਅੱਜ। 51A ਆਰਟੀਕਲ, ਠੀਕ ਹੈ ਜੀ, ਅਤੇ ਪਾਰਟ 4A 42 ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 1976, 11 ਡਿਊਟੀ ਸਵਰਨ ਸਿੰਘ ਕਮੇਟੀ। ਸੋ ਇਹ ਜਿਹੜੀਆਂ ਮੋਟੀਆਂ-ਮੋਟੀਆਂ ਰਸ਼ੀਆ ਤੋਂ ਬੋਰੋ ਕੀਤੀਆਂ ਆਪਾਂ, ਠੀਕ ਹੈ ਜੀ। ਅਤੇ ਇਹ ਮੋਟੀਆਂ-ਮੋਟੀਆਂ ਚੀਜ਼ਾਂ ਹੈਗੀਆਂ ਜੋ ਤੁਹਾਨੂੰ ਯਾਦ ਕਰਨੀਆਂ, ਤੁਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਲਿਖ ਵੀ ਸਕਦੇ ਹੋ। ਬਾਕੀ ਤੁਹਾਡੇ ਰਿਵਿਊਜ਼ ਬਹੁਤ ਹੀ ਇੰਪੋਰਟੈਂਟ ਹੈਗੇ ਆ ਸਾਡੀ ਅਪਲਿਫਟਮੈਂਟ ਵਾਸਤੇ ਜਾਂ ਸਾਡੇ ਇਵੈਲੂਏਸ਼ਨ ਵਾਸਤੇ, ਤਾਂ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਵੈਸੇ ਤਾਂ ਇਹ ਵੇਖਣ ਨੂੰ ਵੀ ਬਹੁਤ ਵਧੀਆ ਰਿਸਪੌਂਸ ਲੱਗ ਰਿਹਾ, ਬਾਕੀ ਤੁਸੀਂ ਵੀ ਆਪਣੇ ਰਿਵਿਊਜ਼ ਦਿੰਦੇ ਰਹੋ। ਜਿਵੇਂ ਕਿ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆਉਂਦੇ ਆ ਤਾਂ ਮਤਲਬ ਇੱਕ ਤਰ੍ਹਾਂ ਦੀ ਇਨਕਰੇਜਮੈਂਟ ਮਿਲਦੀ ਹੈ। ਤੁਸੀਂ ਵੀ ਆਪਣੇ ਰਿਵਿਊਜ਼ ਦੇ ਸਕਦੇ ਹੋ, ਕੰਟਰੀਬਿਊਟ ਕਰ ਸਕਦੇ ਹੋ। ਇਹ ਬਿਲਕੁਲ ਫ੍ਰੀ ਕਲਾਸਿਸ ਹੈਗੀਆਂ, ਪਰ ਤੁਹਾਡੀ ਸਿਰਫ ਇੰਨੀ ਕੀ ਕੋਸਟ ਹੈਗੀ ਹੈ, ਤੁਸੀਂ ਆਪਣੇ ਰਿਵਿਊਜ਼ ਜ਼ਰੂਰ ਪੋਸਟ ਕਰਨੇ ਆ, ਠੀਕ ਹੈ ਜੀ। ਇੰਸਟਾਗ੍ਰਾਮ ਆਈਡੀ ਦਿੱਤੀ ਹੋਈ ਹੈ, ਤੁਸੀਂ ਉੱਥੇ ਆਪਣਾ ਜੋ ਵੀ ਤੁਹਾਡੇ ਰਿਵਿਊਜ਼ ਹੈਗੇ ਆ, ਭਾਵੇਂ ਚੰਗੇ ਆ ਭਾਵੇਂ ਮਾੜੇ ਆ, ਤੁਸੀਂ ਜ਼ਰੂਰ ਮੈਸੇਜ ਕਰਨਾ। ਸਿਰਫ ਇੰਨੀ ਕੀ ਕੋਸਟ ਹੈਗੀ ਹੈ ਇਹ ਪੂਰੇ ਲੈਕਚਰਸ ਦੀ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਹੈਗਾ ਬੇਸਿਕ ਸਟਰਕਚਰ ਆਫ ਦਾ ਕੌਂਸਟੀਟਿਊਸ਼ਨ, ਬਹੁਤ ਹੀ ਇੰਪੋਰਟੈਂਟ ਲੈਕਚਰ ਹੈਗਾ। ਅਤੇ ਆਪਾਂ ਪੜ੍ਹਦੇ ਹਾਂ ਬੇਸਿਕ ਸਟਰਕਚਰ ਹੁੰਦਾ ਕੀ ਹੈ, ਅਤੇ ਇਹ ਆਪਣੇ ਸੰਵਿਧਾਨ ਦੇ ਵਿੱਚ ਮੈਂਸ਼ਨ ਹੈਗਾ ਜਾਂ ਜੋ ਵੀ ਗੱਲਾਂ ਹੈਗੀਆਂ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਕੇਸ਼ਵ ਨੰਦਨ ਭਾਰਤੀ ਕੇਸ 1973 ਲੇਡ ਦ ਫਾਊਂਡੇਸ਼ਨ ਆਫ ਬੇਸਿਕ ਸਟਰਕਚਰ ਆਫ ਆਵਰ ਕੌਂਸਟੀਟਿਊਸ਼ਨ। ਸੋ ਪਹਿਲੀ ਗੱਲ ਤਾਂ ਇਹ ਹੋ ਜਾਂਦੀ ਹੈ ਵੀ ਜਿਹੜਾ ਬੇਸਿਕ ਸਟਰਕਚਰ ਆਫ ਕੌਂਸਟੀਟਿਊਸ਼ਨ ਹੈਗਾ ਕਿਤੇ ਵੀ ਆਪਣੇ ਸੰਵਿਧਾਨ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੋਇਆ ਸੀਗਾ। ਇਹ ਜਿਹੜਾ ਸਟਰਕਚਰ ਉੱਭਰ ਕੇ ਸਾਹਮਣੇ ਆਇਆ, ਇਹ ਸਾਹਮਣੇ ਆਇਆ ਕੇਸ਼ਵ ਨੰਦਨ ਭਾਰਤੀ ਕੇਸ 'ਚੋਂ। ਹੁਣ ਗੱਲ ਆਉਂਦੀ ਹੈ ਵੀ ਬੇਸਿਕ ਸਟਰਕਚਰ ਹੁੰਦਾ ਕੀ ਹੈ। ਬੇਸਿਕ ਸਟਰਕਚਰ ਉਹ ਹੁੰਦਾ ਵੀ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਹੁੰਦਾ। ਆਪਣੇ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਅਜਿਹੀਆਂ ਹੈਗੀਆਂ ਜੋ ਪਾਰਲੀਮੈਂਟ ਦੇ ਰਾਹੀਂ ਬਦਲੀਆਂ ਨਹੀਂ ਜਾ ਸਕਦੀਆਂ ਹੁੰਦੀਆਂ। ਜਿਵੇਂ ਕਿ ਆਪਣਾ ਆਰਟੀਕਲ ਨੰਬਰ 32 ਹੈਗਾ ਜਿਹੜਾ ਕਿ ਕੌਂਸਟੀਟਿਊਸ਼ਨ ਰੈਮਡੀਜ਼ ਦੇ ਨਾਲ ਡੀਲ ਕਰਦਾ। ਆਪਣੇ ਹੋਰ ਵੀ ਕੁਛ ਫੰਡਾਮੈਂਟਲ ਰਾਈਟਸ ਹੈਗੇ ਆ ਜਾਂ ਕੁਛ ਹੋਰ ਪਾਵਰਸ ਹੈਗੀਆਂ ਜੋ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਵੀ ਕਿਹੜੀਆਂ ਚੀਜ਼ਾਂ ਹੈਗੀਆਂ ਜੋ ਬੇਸਿਕ ਸਟਰਕਚਰ ਦੇ ਅੰਡਰ ਆਉਂਦੀਆਂ ਹੈਗੀਆਂ। ਬੇਸਿਕ ਸਟਰਕਚਰ ਕੀ ਹੁੰਦਾ ਵੀ ਹਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਬੇਸ ਹੀ ਕਹਿ ਸਕਦੇ ਹਾਂ ਆਪਾਂ ਕਿਸੇ ਵੀ ਚੀਜ਼ ਦਾ, ਜਾਂ ਆਪਣੇ ਸੰਵਿਧਾਨ ਦੀ ਨੀਂਹ ਕਹਿ ਸਕਦੇ ਹਾਂ। ਜੇ ਨੀਂਹ ਨੂੰ ਹਿਲਾ ਦੋਗੇ ਤੁਸੀਂ, ਤੁਹਾਡੀ ਜਿਹੜੀ ਬਿਲਡਿੰਗ ਹੈਗੀ ਹੈ ਪੂਰੀ ਤਹਿਸ ਨਹਿਸ ਹੋ ਜੂਗੀ। ਉਸੇ ਤਰ੍ਹਾਂ ਬੇਸਿਕ ਸਟਰਕਚਰ ਹੈਗਾ, ਅਗਰ ਤੁਸੀਂ ਬੇਸਿਕ ਸਟਰਕਚਰ ਨੂੰ ਹਿਲਾਓਗੇ ਤਾਂ ਜਿਹੜੀ ਆਪਣੇ ਸੰਵਿਧਾਨ ਦੀ ਬੁਨਿਆਦ ਹੈਗੀ ਹੈ ਉਹੀ ਹਿੱਲ ਜੂਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬੇਸਿਕ ਸਟਰਕਚਰ ਜਿਹੜਾ ਆਈਡੀਆ ਹੈਗਾ ਉਹ ਸਾਰੇ ਦਾ ਸਾਰਾ ਸੁਪਰੀਮ ਕੋਰਟ ਦੇ ਰਾਹੀਂ ਨਿਕਲਿਆ ਹੋਇਆ, ਜਾਂ ਕਹਿ ਸਕਦੇ ਆਪਣੀ ਕੋਰਟਸ ਦੀਆਂ ਅੱਡ ਜਜਮੈਂਟ ਦੇ ਵਿੱਚੋਂ ਨਿਕਲਿਆ ਹੋਇਆ, ਨਾ ਕਿ ਪਾਰਲੀਮੈਂਟ ਨੇ ਇੱਕ ਅੱਡ ਫਰੇਮਵਰਕ ਕੀਤਾ ਜਾਂ ਉਹਦੇ ਉੱਤੇ ਕੋਈ ਐਕਟ ਬਣਾਇਆ, ਰੂਲ ਬਣਾਇਆ ਵੀ ਹਾਂ ਇਹ ਚੀਜ਼ਾਂ ਬੇਸਿਕ ਸਟਰਕਚਰ ਦੇ ਵਿੱਚ ਆਉਂਦੀਆਂ। ਕੋਈ ਰੂਲ ਹੈ ਨਹੀਂ ਗਾ ਜਾਂ ਇਹ ਸੁਪਰੀਮ ਕੋਰਟ ਦੀਆਂ ਅੱਡ ਜਜਮੈਂਟ ਹੈ ਜਿਨ੍ਹਾਂ ਦੇ ਰਾਹੀਂ ਆਪਾਂ ਨੂੰ ਪਤਾ ਲੱਗਦਾ ਵੀ ਬੇਸਿਕ ਸਟਰਕਚਰ ਕੀ ਹੈਗਾ। ਸੋ ਕਈ ਵਾਰੀ ਤੁਸੀਂ ਇਹਦੇ ਵਿੱਚ ਕਨਫਿਊਜ਼ ਹੁੰਦੇ ਹੋਗੇ ਬੇਸਿਕ ਸਟਰਕਚਰ ਚੀਜ਼ ਕੀ ਹੈਗੀ ਆ। ਸੋ ਹੋਪਫੁਲੀ ਤੁਹਾਨੂੰ ਕਲੈਰਿਟੀ ਮਿਲ ਗਈ ਹੋਊਗੀ ਵੀ ਪਾਰਲੀਮੈਂਟ ਦੁਆਰਾ ਕਿਸੇ ਤਰ੍ਹਾਂ ਦਾ ਕੋਈ ਵੀ ਐਕਟ ਨਹੀਂ ਬਣਾਇਆ ਗਿਆ ਬੇਸਿਕ ਸਟਰਕਚਰ 'ਤੇ। ਬੇਸਿਕ ਸਟਰਕਚਰ ਕੀ ਹੈਗਾ? ਬੇਸਿਕ ਸਟਰਕਚਰ ਹੈਗਾ ਆਪਣੇ ਸੰਵਿਧਾਨ ਦੀ ਨੀਂਹ, ਅਤੇ ਉਹਨੂੰ ਨਹੀਂ ਬਦਲਿਆ ਜਾ ਸਕਦਾ ਹੁੰਦਾ ਕਿਸੇ ਵੀ ਪਾਰਲੀਮੈਂਟ ਦੇ ਐਕਟ ਦੇ ਰਾਹੀਂ, ਭਾਵੇਂ ਕਿਸੇ ਹੋਰ ਦੇ ਰਾਹੀਂ, ਠੀਕ ਹੈ। ਕਿਸੇ ਵੀ ਢੰਗ ਦੇ ਨਾਲ ਬੇਸਿਕ ਸਟਰਕਚਰ ਨੂੰ ਆਲਟਰ ਨਹੀਂ ਕੀਤਾ ਜਾ ਸਕਦਾ, ਜਾਂ ਕਹਿ ਸਕਦੇ ਬਦਲਿਆ ਨਹੀਂ ਜਾ ਸਕਦਾ ਹੁੰਦਾ। ਇਹ ਕਿਸੇ ਵੀ ਪਾਰਲੀਮੈਂਟ ਦੇ ਰੂਲ ਦੇ ਰਾਹੀਂ ਨਹੀਂ ਬੇਸਿਕ ਸਟਰਕਚਰ ਬਣਾਇਆ ਗਿਆ, ਨਾ ਹੀ ਆਪਣੇ ਸੰਵਿਧਾਨ ਦੇ ਵਿੱਚ ਕਿਤੇ ਮੈਂਸ਼ਨ ਕੀਤਾ ਹੋਇਆ। ਇਹ
ਜਿਹੜੀ ਸੁਪਰੀਮ ਕੋਰਟ ਹੈਗਾ ਜਾਂ ਹਾਈ ਕੋਰਟ ਹੈਗੀ ਉਹਦੀ ਅੱਡ ਅੱਡ ਜਜਮੈਂਟਸ ਹੈਗੀਆਂ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਸੰਵਿਧਾਨ ਦੇ ਵਿੱਚ ਬੇਸਿਕ ਸਟਰਕਚਰ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ। ਸੋ ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਵੀ ਹੁਣ ਆਪਾਂ ਨੂੰ ਕੁਐਸਚਨ ਪੁੱਛਿਆ ਜਾਂਦਾ ਵੀ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ ਦਾ ਜਿਹੜਾ ਆਈਡੀਆ ਹੈਗਾ ਉਹ ਪਹਿਲੀ ਵਾਰੀ ਕਿੱਥੋਂ ਉੱਭੜ ਕੇ ਆਇਆ, ਕਿਹੜੇ ਕੇਸ 'ਚੋਂ ਸਾਹਮਣੇ ਆਇਆ ਆਪਣੇ, ਤਾਂ ਆਪਣਾ ਆਨਸਰ ਆ ਜਾਊਗਾ ਕੇਸ਼ਵ ਨੰਦਨ ਭਾਰਤੀ ਕੇਸ 1973 ਦੇ ਵਿੱਚੋਂ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ ਦਾ ਆਈਡੀਆ ਉੱਭਰ ਕੇ ਸਾਹਮਣੇ ਆਇਆ। ਬਹੁਤ ਹੀ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਇਹ ਚੀਜ਼। ਤਾਂ ਐਲੀਮੈਂਟਸ ਕਿਹੜੇ ਕਿਹੜੇ ਆ ਬੇਸਿਕ ਸਟਰਕਚਰ ਦੇ, ਮਤਲਬ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਜੋ ਬੇਸਿਕ ਸਟਰਕਚਰ ਦੇ ਵਿੱਚ ਇਨਕਲੂਡ ਕੀਤੀਆਂ ਜਾ ਸਕਦੀਆਂ ਜਾਂ ਮੰਨੀਆਂ ਜਾ ਸਕਦੀਆਂ। ਸੋ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਸਾਰੀਆਂ ਦੀ ਸਾਰੀਆਂ ਚੀਜ਼ਾਂ ਆਪਾਂ ਪੜ੍ਹਾਂਗੇ, ਕਿਉਂਕਿ ਆਪਾਂ ਨੂੰ ਉੱਥੇ ਆਈਡੀਆ ਲਾਉਣਾ ਪਊਗਾ, ਕਿਉਂਕਿ ਸਾਰੀਆਂ ਦੀ ਸਾਰੀਆਂ ਚੀਜ਼ਾਂ ਤੁਹਾਡੇ ਲਈ ਯਾਦ ਕਰਨੀਆਂ ਥੋੜ੍ਹੀ ਜਿਹੀਆਂ ਡਿਫੀਕਲਟ ਹੋ ਜਾਣਗੀਆਂ। ਅਗਰ ਕਿਸੇ ਦੀ ਮੈਮਰੀ ਬਹੁਤ ਸ਼ਾਰਪ ਹੈ ਤਾਂ ਪਹਿਲੀ ਵਾਰੀ ਵੇਖ ਕੇ ਤੁਹਾਨੂੰ ਯਾਦ ਹੋ ਜਾਣਗੀਆਂ, ਪਰ ਫਿਰ ਵੀ ਆਪਾਂ ਪੜ੍ਹ ਲੈਂਦੇ ਹਾਂ, ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿਹੜੀ ਚੀਜ਼ ਹੈਗੀ ਆ। ਹੁਣ ਤੁਹਾਨੂੰ ਕੁਐਸਚਨ ਕਿਸ ਢੰਗ ਦੇ ਨਾਲ ਪੁੱਛਿਆ ਜਾਊਗਾ, ਆਪਾਂ ਨੂੰ 4 ਆਪਸ਼ਨ ਦੇ ਦਿੱਤੇ ਜਾਣਗੇ ਵੀ ਇਹਨਾਂ 'ਚੋਂ ਬੇਸਿਕ ਸਟਰਕਚਰ ਕਿਹੜਾ ਨਹੀਂ ਹੈਗਾ, ਠੀਕ ਹੈ ਜੀ। ਤਾਂ ਆਪਾਂ ਨੂੰ ਇੱਕ ਐਲੀਮੀਨੇਟ ਕਰਨਾ ਹੋਊਗਾ ਵੀ ਕਿਹੜਾ ਬੇਸਿਕ ਸਟਰਕਚਰ ਦੇ ਵਿੱਚ ਨਹੀਂ ਆਉਂਦਾ। ਸੋ ਪੜ੍ਹਦੇ ਹਾਂ ਕਿਹੜੀ ਕਿਹੜੀ ਚੀਜ਼ਾਂ ਬੇਸਿਕ ਸਟਰਕਚਰ ਦੇ ਵਿੱਚ ਆਉਂਦੀਆਂ, ਜਿਵੇਂ ਕਿ ਸੁਪਰਮੇਸੀ ਆਫ ਦਾ ਕੌਨਸਟੀਟਿਊਸ਼ਨ, ਸੋਵਰਨ, ਡੈਮੋਕ੍ਰੈਟਿਕ ਐਂਡ ਦਾ ਰਿਪਬਲਿਕ, ਨੇਚਰ ਆਫ ਦਾ ਇੰਡੀਅਨ ਪੋਲਿਟੀ, ਸੈਕੂਲਰ ਕਰੈਕਟਰ ਆਫ ਦਾ ਕੌਨਸਟੀਟਿਊਸ਼ਨ। ਸੋ ਸਾਰੀਆਂ ਦੀ ਸਾਰੀਆਂ ਚੀਜ਼ਾਂ ਬੇਸਿਕ ਸਟਰਕਚਰ। ਸੁਪਰਮੇਸੀ ਦਾ ਮਤਲਬ ਕੀ ਹੁੰਦਾ, ਆਪਣੇ ਸੰਵਿਧਾਨ ਤੋਂ ਉੱਤੇ ਕੁਛ ਹੈ ਨਹੀਂ ਗਾ, ਠੀਕ ਹੈ। ਪਹਿਲੀ ਗੱਲ ਇਹ ਆ ਜਾਂਦੀ ਹੈ। ਸੋਵਰਨ, ਡੈਮੋਕ੍ਰੈਟਿਕ, ਰਿਪਬਲਿਕ, ਨੇਚਰ ਆਫ ਇੰਡੀਅਨ ਪੋਲਿਟੀ। ਸੋਵਰਨ ਕੀ ਹੁੰਦਾ, ਕਿਸੇ ਦੇ ਅਧੀਨ ਹੈ ਨਹੀਂ ਗਾ ਇੰਡੀਆ, ਇਹ ਚੀਜ਼ ਕਦੀ ਨਹੀਂ ਬਦਲੀ ਜਾ ਸਕਦੀ। ਡੈਮੋਕ੍ਰੈਟਿਕ ਕੀ ਹੁੰਦਾ, ਜਿਹੜੀ ਆਪਣੀ ਵੋਟਾਂ ਦੇ ਰਾਹੀਂ ਆਪਾਂ ਆਪਣੀ ਗੌਰਮੈਂਟ ਚੂਜ਼ ਕਰਦੇ ਹਾਂ, ਉਹਨੂੰ ਕਿਹਾ ਜਾਂਦਾ ਡੈਮੋਕ੍ਰੈਟਿਕ ਗੌਰਮੈਂਟ। ਰਿਪਬਲਿਕਨ ਕੀ ਹੁੰਦਾ, ਜਿਹਦਾ ਹੈੱਡ ਮਤਲਬ ਕਿ ਆਪਣਾ ਪ੍ਰੈਜ਼ੀਡੈਂਟ ਇੱਕ ਵੋਟਾਂ ਦੇ ਰਾਹੀਂ ਚੁਣਿਆ ਜਾਵੇ, ਉਸ ਚੀਜ਼ ਨੂੰ ਕਿਹਾ ਜਾਂਦਾ ਰਿਪਬਲਿਕਨ। ਸੋ ਇਹ ਚੀਜ਼ਾਂ ਨੂੰ ਨਹੀਂ ਬਦਲਿਆ ਜਾ ਸਕਦਾ। ਸੈਕੂਲਰ ਕਰੈਕਟਰ ਕੀ ਹੁੰਦਾ, ਜਿੱਥੇ ਸਾਰੇ ਦੇ ਸਾਰੇ ਜਿਹੜੇ ਧਰਮ ਹੈਗੇ ਆ ਬਰਾਬਰ ਕੰਸੀਡਰ ਕੀਤੇ ਜਾਂਦੇ ਹੁੰਦੇ, ਸੋ ਇਸ ਚੀਜ਼ ਨੂੰ ਵੀ ਨਹੀਂ ਬਦਲਿਆ ਜਾ ਸਕਦਾ ਹੁੰਦਾ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਹੋਰ ਕਿਹੜੀ ਚੀਜ਼ਾਂ ਆਉਂਦੀਆਂ ਜੋ ਬੇਸਿਕ ਸਟਰਕਚਰ ਦੇ ਵਿੱਚ ਇਨਕਲੂਡ ਕੀਤੀਆਂ ਹੋਈਆਂ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਸਪਰੇਸ਼ਨ ਆਫ ਪਾਵਰ ਬਿਟਵੀਨ ਦਾ ਲੈਜਿਸਲੇਚਰ, ਐਗਜ਼ੀਕਿਊਟਿਵ ਦਾ ਜੁਡੀਸ਼ਰੀ। ਮਤਲਬ ਜਿਹੜੀ ਪਾਵਰ ਹੈਗੀ ਹੈ ਲੈਜਿਸਲੇਚਰ ਦੀਆਂ, ਐਗਜ਼ੀਕਿਊਟਿਵ ਦਾ, ਜੁਡੀਸ਼ਰੀ ਦੀਆਂ ਅੱਡ ਅੱਡ ਹੈਗੀਆਂ। ਜਿਵੇਂ ਕਿ ਇਹੀ ਚੀਜ਼ ਆਰਟੀਕਲ 50 ਦੇ ਅੰਡਰ ਦਿੱਤੀ ਹੋਈ ਹੈ, ਜਿਹੜਾ ਕਿ ਆਪਣਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈਗਾ, ਜਿਹੜਾ ਕਿ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਜੇ ਕੱਲ੍ਹ ਤੋਂ ਲੈਕਚਰ ਕਿਸੇ ਨੇ ਜਾ ਕੇ ਨਹੀਂ ਵੇਖਿਆ ਤਾਂ ਜਾ ਕੇ ਜ਼ਰੂਰ ਵੇਖੋ। ਸੋ ਨੈਕਸਟ ਹੈਗਾ ਫੈਡਰਲ ਕਰੈਕਟਰ ਆਫ ਦਾ ਕੌਨਸਟੀਟਿਊਸ਼ਨ। ਫੈਡਰਲ ਕਰੈਕਟਰ ਦੇ ਵਿੱਚ ਕੀ ਹੁੰਦਾ, ਜਿਹੜੀਆਂ ਮਤਲਬ ਪਾਵਰਸ ਹੈਗੀਆਂ ਸੈਂਟਰ ਅਤੇ ਸਟੇਟ ਦੇ ਵਿੱਚ ਵੰਡੀਆਂ ਹੋਈਆਂ ਹੈਗੀਆਂ, ਪ੍ਰੋਪਰ ਕਲੀਅਰ ਕੱਟ ਡਿਵੀਜ਼ਨ ਹੈਗਾ। ਸੋ ਇਸ ਚੀਜ਼ ਨੂੰ ਵੀ ਨਹੀਂ ਬਦਲਿਆ ਜਾ ਸਕਦਾ ਹੁੰਦਾ, ਠੀਕ ਹੈ ਜੀ। ਅਤੇ ਨੈਕਸਟ ਹੈਗਾ ਯੂਨਿਟੀ ਐਂਡ ਦਾ ਇੰਟੀਗ੍ਰਿਟੀ। ਹੈ ਤਾਂ ਤੁਹਾਨੂੰ ਸਮਝ ਆ ਹੀ ਗਿਆ ਹੋਊਗਾ। ਵੈਲਫੇਅਰ ਸਟੇਟ ਦਾ ਮਤਲਬ ਕੀ ਹੁੰਦਾ, ਜਿੱਥੇ ਲੋਕਾਂ ਦੇ ਭਲੇ ਦੀ ਗੌਰਮੈਂਟ ਹੋਵੇ, ਨਾ ਕਿ ਆਪਦੇ ਫਾਇਦੇ ਦੀ ਗੌਰਮੈਂਟ ਹੋਵੇ। ਜੁਡੀਸ਼ੀਅਲ ਰਿਵਿਊ ਕੀ ਹੁੰਦਾ, ਅਗਰ ਜਿਹੜੇ ਗੌਰਮੈਂਟ ਦੇ ਬਣਾਏ ਰੂਲ ਕਦੀ ਗਲਤ ਹੋਣਗੇ ਤਾਂ ਉਹਨਾਂ ਦੇ ਅਗੇਂਸਟ ਸੁਪਰੀਮ ਕੋਰਟ ਆ ਕੇ ਡਟ ਖੜੀ ਹੋਊਗੀ ਵੀ ਹਾਂ ਤੁਹਾਡੇ ਜਿਹੜੇ ਰੂਲ ਹੈਗੇ ਨਲ ਐਂਡ ਵੋਇਡ ਡਿਕਲੇਅਰ ਕਰਦੇ ਆ। ਸੁਪਰੀਮ ਕੋਰਟ ਨਲ ਐਂਡ ਵੋਇਡ ਡਿਕਲੇਅਰ ਕਰਦੀ ਹੈ, ਗਲਤ ਡਿਕਲੇਅਰ ਕਰਦੀ ਹੈ, ਕਿਉਂਕਿ ਇਹ ਜਿਹੜੇ ਤੁਹਾਡੇ ਫੰਡਾਮੈਂਟਲ ਰਾਈਟਸ ਤੇ ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਨੂੰ ਬੀਚ ਕਰ ਰਿਹਾ ਹੈ। ਸੋ ਇਸ ਚੀਜ਼ ਨੂੰ ਕਹਿੰਦਾ ਜੁਡੀਸ਼ੀਅਲ ਰਿਵਿਊ। ਫਰੀਡਮ ਐਂਡ ਦਾ ਡਿਗਨਿਟੀ ਆਫ ਦਾ ਇੰਡੀਵਿਜੂਅਲ। ਪਾਰਲੀਮੈਂਟਰੀ ਸਿਸਟਮ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕੀ ਹੁੰਦਾ, ਜਿਵੇਂ ਕਿ ਲੋਕ ਸਭਾ ਅਤੇ ਰਾਜ ਸਭਾ ਦਾ ਹੋਣਾ, ਸੋ ਉਹਨਾਂ ਦੇ ਰਾਹੀਂ ਬਿੱਲ ਪਾਸ ਕੀਤੇ ਜਾਣੇ। ਨੈਕਸਟ ਹੈਗਾ ਰੂਲ ਆਫ ਲਾਅ, ਹਾਰਮੋਨੀ ਬਿਟਵੀਨ ਬੈਲੈਂਸ ਬਿਟਵੀਨ ਦਾ ਫੰਡਾਮੈਂਟਲ ਰਾਈਟਸ ਐਂਡ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਇਕੁਐਲਿਟੀ, ਫ੍ਰੀ ਐਂਡ ਫੇਅਰ ਇਲੈਕਸ਼ਨ। ਸੋ ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ, ਆਪਣੀਆਂ ਸਾਰੀਆਂ ਦੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਬੇਸਿਕ ਸਟਰਕਚਰ ਆਫ ਦਾ ਕੌਨਸਟੀਟਿਊਸ਼ਨ। ਸੋ ਆਪਾਂ ਅੱਗੇ ਥੋੜ੍ਹਾ ਜਿਹਾ ਪੜ੍ਹਦੇ ਹਾਂ। ਸੋ ਨੈਕਸਟ ਹੈਗਾ ਇੰਡੀਪੈਂਡੈਂਸ ਆਫ ਜੁਡੀਸ਼ਰੀ। ਹਾਂ ਵੀ ਜੁਡੀਸ਼ਰੀ ਇੰਡੀਪੈਂਡੈਂਟ ਹੈਗੀ ਹੈ, ਕਿਸੇ ਦੇ ਵੀ ਅਧੀਨ ਹੈ ਨਾ ਐਗਜ਼ੀਕਿਊਟਿਵ ਦੇ, ਨਾ ਲੈਜਿਸਲੇਚਰ ਦੇ। ਲਿਮਟਿਡ ਪਾਵਰ ਆਫ ਦਾ ਪਾਰਲੀਮੈਂਟ ਟੂ ਅਮੈਂਡ ਦਾ ਕੌਨਸਟੀਟਿਊਸ਼ਨ। ਨੈਕਸਟ ਹੈਗਾ ਇਫੈਕਟਿਵ ਅਸੈਸ ਟੂ ਜਸਟਿਸ। ਪ੍ਰਿੰਸੀਪਲ ਅੰਡਰਲਾਈਂਗ ਦਾ ਫੰਡਾਮੈਂਟਲ ਰਾਈਟਸ, ਪਾਵਰ ਆਫ ਦਾ ਸੁਪਰੀਮ ਕੋਰਟ ਅੰਡਰ ਦਾ ਆਰਟੀਕਲ ਨੰਬਰ 32, 136, 141 ਐਂਡ ਦਾ 142। ਪਾਵਰ ਆਫ ਦਾ ਹਾਈ ਕੋਰਟ ਅੰਡਰ ਦਾ ਆਰਟੀਕਲ ਨੰਬਰ 226 ਐਂਡ ਦਾ 227। ਜਿਹੜੇ ਕਿ ਆਰਟੀਕਲ ਹੈਗੇ ਆ ਕਿਹਦੇ ਨਾਲ ਡੀਲ ਕਰਦੇ, ਜੁਡੀਸ਼ੀਅਲ ਰਿਵਿਊ ਦੇ ਨਾਲ ਡੀਲ ਕਰਦੇ, ਉਹਨਾਂ ਨੂੰ ਨਹੀਂ ਆਲਟਰ ਕੀਤਾ ਜਾ ਸਕਦਾ। ਜਿਵੇਂ ਕਿ ਆਰਟੀਕਲ ਨੰਬਰ 32 ਹੈਗਾ, ਜਿਹੜਾ ਕਿ ਰਾਈਟ ਟੂ ਕੌਨਸਟੀਟਿਊਸ਼ਨ ਰੈਮਡੀਜ਼ ਦੇ ਨਾਲ ਡੀਲ ਕਰਦਾ। ਜੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ, ਜੇ ਹਾਈ ਕੋਰਟ ਦੀ ਗੱਲ ਕਰੀਏ, 226 ਨੰਬਰ ਆਰਟੀਕਲ ਕੌਨਸਟੀਟਿਊਸ਼ਨ ਰੈਮਡੀਜ਼ ਦੇ ਨਾਲ ਡੀਲ ਕਰਦਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ, ਬਾਕੀ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਪਾਰਲੀਮੈਂਟਰੀ ਸਿਸਟਮ ਪੜ੍ਹਾਂਗੇ, ਐਮਰਜੈਂਸੀ ਪ੍ਰੋਵੀਜ਼ਨਸ ਪੜ੍ਹਾਂਗੇ ਅਤੇ ਆਪਾਂ ਅੱਗੇ ਨਾਲ ਮੂਵ ਕਰਦੇ ਚੱਲਾਂਗੇ। ਉਮੀਦ ਕਰਦੇ ਹਾਂ ਜਲਦੀ ਤੋਂ ਜਲਦੀ ਤੁਹਾਡਾ ਮੈਕਸ 15 ਲੈਕਚਰਸ ਦੇ ਵਿੱਚ ਆਪਾਂ ਪੂਰੀ ਪੋਲਿਟੀ ਕਵਰ ਕਰੀਏ। ਕੋਸ਼ਿਸ਼ ਕੀਤੀ ਜਾ ਰਹੀ ਹੈ, ਮਤਲਬ ਜਲਦੀ ਤੋਂ ਜਲਦੀ ਸਮਅਪ ਕਰਨ ਦੀ ਕੋਸ਼ਿਸ਼, ਬਿਕੋਜ਼ ਤੁਹਾਡੇ ਰਿਵੀਜ਼ਨ ਲੈਕਚਰਸ ਚੱਲ ਰਹੇ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਥੀਸ ਲੈਕਚਰਸ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰ ਲੈਣਾ। ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਕਿਊਰੀਜ਼ ਹੈਗੀਆਂ, ਸਰ ਦਾ ਨੰਬਰ ਦਿੱਤਾ ਹੋਇਆ, ਮੇਰਾ ਇੰਸਟਾਗ੍ਰਾਮ ID ਦਿੱਤਾ ਹੋਇਆ, ਜਿਵੇਂ ਵੀ ਤੁਹਾਨੂੰ ਲੱਗਦਾ ਤੁਸੀਂ ਕੋਈ ਵੀ ਕਿਊਰੀਜ਼ ਪੁੱਛ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਥੀਸ ਲੈਕਚਰਸ।